ਐਬਸਫੋਰਡ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਗਸ਼ਤ ਕਰਦੇ ਪੁਲਿਸ ਅਧਿਕਾਰੀਆਂ ਨੂੰ ਇੱਕ 37 ਸਾਲ ਦੀ ਔਰਤ ਮਿਲੀ ਜਿਸ ਤੇ ਕਿ ਚਾਕੂ ਲੱਗਿਆ ਹੋਇਆ ਸੀ। ਵੀਰਵਾਰ ਦੀ ਸਵੇਰ ਦਾ ਸਮਾਂ ਸੀ। ਗਲੈਡਵਿਨ ਰੋਡ ਤੇ ਸਾਊਥ ਫਰੇਜ਼ਰ ਵੇ ਦੀ ਇੰਟਰਸੈਕਸ਼ਨ ਦੇ ਉੱਤੇ 37 ਸਾਲ ਦੀ ਇੱਕ ਔਰਤ ਮਿਲੀ ਜੋ ਕਿ ਗੰਭੀਰ ਹਾਲਤ ਵਿੱਚ ਸੀ, ਜਿਸ ਦੇ ਉੱਤੇ ਚਾਕੂ ਨਾਲ ਹਮਲਾ ਹੋਇਆ, ਜਿਸ ਨੂੰ ਕਿ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਜਿਸ ਦੇ ਬਾਰੇ ਸ਼ੁੱਕਰਵਾਰ ਨੂੰ ਐਬਸਫੋਰਡ ਪੁਲਿਸ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਮੇਜਰ ਕ੍ਰਾਈਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੇ ਵਿੱਚ ਟੀਮ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਕਿ ਆਖਿਰ ਉਸ ਔਰਤ ਦੇ ਚਾਕੂ ਮਾਰਿਆ ਕਿਉਂ ਗਿਆ। ਜਿਸ ਦੇ ਵਿੱਚ ਉਹਨਾਂ ਨੇ ਹਜੇ ਸ਼ੱਕੀ ਦੇ ਬਾਰੇ ਕੋਈ ਹੋਰ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ, ਪਰ ਇਸ ਦੌਰਾਨ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਇਹ ਵਾਪਰਦਾ ਦੇਖਿਆ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਤੇ ਜੇਕਰ ਕਿਸੇ ਕੋਲ ਡੈਸ਼ ਕੈਮ ਵੀਡੀਓ ਹੋਵੇ ਤਾਂ ਵੀ ਉਹਨਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਵੀਰਵਾਰ ਦੀ ਸਵੇਰ ਨੂੰ 3 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਉਸ ਦੇ ਉੱਤੇ ਹਮਲਾ ਹੋਇਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਅਧੀਨ ਆਉਂਦੇ ਕਈ ਹਜ਼ਾਰ ਕਾਮਿਆਂ ਦੀ ਇੱਕ ਯੂਨੀਅਨ ਨੇ 72 ਘੰਟੇ ਦਾ ਹੜਤਾਲ ਦਾ ਨੋਟਿਸ ਦੇ ਦਿੱਤਾ ਹੈ। ਸ਼ੁੱਕਰਵਾਰ ਦੀ ਦੁਪਹਿਰ ਨੂੰ ਇਹ ਨੋਟਿਸ ਦਿੱਤਾ ਗਿਆ। ਇੱਕ ਯੂਨੀਅਨ ਜਿਸ ਦੇ ਅਧੀਨ 33,000 ਦੇ ਨੇੜੇ ਕਾਮੇ ਆਉਂਦੇ ਨੇ ਤੇ ਇਹ ਨੋਟਿਸ ਸੋਮਵਾਰ ਦੀ ਦੁਪਹਿਰ ਨੂੰ 3 ਵਜੇ ਤੱਕ ਲਾਗੂ ਹੋਵੇਗਾ ਕਿ ਉਦੋਂ ਤੱਕ ਕੋਈ ਨਾ ਕੋਈ ਫੈਸਲਾ ਲੈ ਲਿਆ ਜਾਵੇਗਾ, ਜਿਸ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਵੀ ਮੰਗਾਂ ਆਪਣੇ ਕਾਮਿਆਂ ਦੇ ਲਈ ਉਸ ਯੂਨੀਅਨ ਦੇ ਵੱਲੋਂ ਰੱਖੀਆਂ ਜਾ ਰਹੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਾਂ ਦੋਵੇਂ ਪਾਸਿਓਂ ਗੱਲਬਾਤ ਕਰਕੇ ਕਿਸੇ ਇੱਕ ਸਮਝੌਤੇ ਦੇ ਉੱਤੇ ਪਹੁੰਚਿਆ ਜਾਵੇ। ਇਸ ਸੰਬੰਧੀ ਦੱਸਿਆ ਗਿਆ ਕਿ ਪਬਲਿਕ ਸਰਵਿਸ ਏਜੰਸੀ ਦੇ ਨਾਲ ਅਪ੍ਰੈਲ ਦੇ ਅੰਤ ਵਿੱਚ ਜੋ ਉਹਨਾਂ ਦਾ ਇੱਕ ਐਗਰੀਮੈਂਟ ਹੈ ਉਹ ਐਕਸਪਾਇਰ ਹੋ ਗਿਆ ਸੀ, ਜਿਸ ਦੇ ਬਾਰੇ ਫਰਵਰੀ ਮਹੀਨੇ ਤੋਂ ਗੱਲਬਾਤ ਚੱਲਦੀ ਆ ਰਹੀ ਹੈ, ਪਰ ਦੋਵੇਂ ਪੱਖਾਂ ਤੋਂ ਕਿਸੇ ਵੀ ਸਿੱਟੇ ਦੇ ਉੱਤੇ ਨਹੀਂ ਪਹੁੰਚਿਆ ਜਾ ਰਿਹਾ। BCGEU ਯੂਨੀਅਨ ਹੈ ਇਹ ਜਿਨ੍ਹਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਨ੍ਹਾਂ ਕਿਹਾ ਕਿ ਯੂਨੀਅਨ ਦੇ ਜੋ ਮੈਂਬਰ ਨੇ ਉਹਨਾਂ ਨੇ ਜੂਨ ਮਹੀਨੇ ਇਸ ਸੰਬੰਧੀ ਕਦਮ ਚੁੱਕਣ ਵਾਸਤੇ ਵੋਟਾਂ ਪਾਈਆਂ ਸਨ। ਜੁਲਾਈ ਮਹੀਨੇ ਵਿੱਚ ਮੁੜ ਤੋਂ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸੇ ਨਾ ਕਿਸੇ ਸਿੱਟੇ ਉੱਤੇ ਪਹੁੰਚਿਆ ਜਾਵੇ ਕਿ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇ, ਪਰ ਅਜਿਹਾ ਨਹੀਂ ਹੋਇਆ, ਜਿਸ ਤੋਂ ਬਾਅਦ ਯੂਨੀਅਨ ਨੇ ਕਿਹਾ ਕਿ PSA ਦੇ ਵੱਲੋਂ ਉਹਨਾਂ ਨੂੰ ਦੁਬਾਰਾ ਤੋਂ ਬੁਲਾਇਆ ਗਿਆ ਇਸ ਹਫ਼ਤੇ ਦੇ ਵਿੱਚ ਗੱਲਬਾਤ ਦੇ ਲਈ, ਪਰ ਫਿਰ ਵੀ ਕਿਸੇ ਸਿੱਟੇ ਦੇ ਉੱਤੇ ਗੱਲਬਾਤ ਨਹੀਂ ਪਹੁੰਚੀ, ਜਿਸ ਤੋਂ ਬਾਅਦ ਹੁਣ 72 ਘੰਟੇ ਦਾ ਨੋਟਿਸ ਦੇ ਦਿੱਤਾ ਗਿਆ ਹੈ ਕਿ ਜੇਕਰ ਸੋਮਵਾਰ ਨੂੰ ਦੁਪਹਿਰ ਤੱਕ ਵੀ ਇਸ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਦਾ, ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਕਾਮੇ ਹੜਤਾਲ ਤੇ ਚਲੇ ਜਾਣਗੇ। ਕੋਵਿਡ-19 ਦੀ ਮਹਾਮਾਰੀ ਦੌਰਾਨ ਤੇ ਇਸ ਮਹਾਮਾਰੀ ਤੋਂ ਬਾਅਦ ਵੀ BC ਫੇਰੀਜ਼ ਦੇ ਕੰਮ ਦੇ ਉੱਤੇ ਕਾਫੀ ਜ਼ਿਆਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ ਤੇ ਮਿਲ ਰਿਹਾ ਹੈ, ਕਿਉਂਕਿ ਸਟਾਫ ਦੀ ਕਮੀ ਦੇ ਕਰਕੇ ਕਈ ਸੇਲਿੰਗਸ ਨੂੰ ਲਗਾਤਾਰ ਰੱਦ ਕਰਨਾ ਪੈ ਰਿਹਾ ਹੈ। ਇਸ ਦੌਰਾਨ 2 ਸੇਲਿੰਗਸ ਨੂੰ ਸ਼ੁੱਕਰਵਾਰ ਨੂੰ ਵੀ ਰੱਦ ਕਰਨਾ ਪਿਆ। ਵੈਨਕੂਵਰ ਆਈਲੈਂਡ ਤੇ ਲੋਅਰ ਮੇਨਲੈਂਡ ਦੇ ਦਰਮਿਆਨ ਦੀਆਂ ਸ਼ੁੱਕਰਵਾਰ ਦੀ ਸ਼ਾਮ ਦੇ ਵਾਸਤੇ ਜੋ ਇਹ ਸੇਲਿੰਗਸ ਸਨ, ਜਿਸ ਨੂੰ ਰੱਦ ਕਰਨ ਦੇ ਬਾਰੇ ਜਦੋਂ ਜਾਣਕਾਰੀ ਦਿੱਤੀ ਗਈ ਤਾਂ ਕਾਫੀ ਗਿਣਤੀ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿ ਕੰਮ ਦੇ ਤਰੀਕਿਆਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ। ਜੋ BC ਫੇਰੀਜ਼ ਦੇ CEO ਨੂੰ ਵੀ ਅਹੁਦੇ ਤੋਂ ਹਟਾਇਆ ਗਿਆ ਸੀ, ਆਰਜ਼ੀ ਤੌਰ ਦੇ ਉੱਤੇ ਨਵੇਂ CEO ਨੂੰ ਲਗਾਇਆ ਗਿਆ, ਪਰ ਫਿਰ ਵੀ ਇਸ ਸਮੇਂ ਸੇਲਿੰਗਸ ਦਾ ਰੱਦ ਹੋਣਾ, ਸਟਾਫ ਦੀ ਕਮੀ ਪਾਈ ਜਾਣੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਕਰਕੇ ਕਾਫੀ ਜ਼ਿਆਦਾ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਨੇ ਤੇ ਜਿੰਨੀ ਵਾਰ ਵੀ ਸੇਲਿੰਗਸ ਨੂੰ ਰੱਦ ਕੀਤਾ ਜਾਂਦਾ ਹੈ ਹਰ ਵਾਰ ਸਟਾਫ ਦੀ ਕਮੀ ਦਾ ਵੇਰਵਾ ਦਿੱਤਾ ਜਾਂਦਾ ਹੈ। ਕੈਲਗਰੀ ਪੁਲਿਸ ਨੇ ਇਸ ਵਿਅਕਤੀ ਨੂੰ ਲੱਭਣ ਦੇ ਲਈ ਤੇ ਨਾਲ ਹੀ ਪਛਾਣਨ ਦੇ ਲਈ ਸਹਿਯੋਗ ਮੰਗਿਆ। ਦਰਅਸਲ ਵੀਰਵਾਰ ਦੀ ਰਾਤ ਨੂੰ ਇੱਕ ਕੈਫੇ ਵਿੱਚ ਇਸ ਵਿਅਕਤੀ ਨੇ ਇੱਕ ਛੋਟੀ ਬੱਚੀ ਦੇ ਨਾਲ ਗਲਤ ਹਰਕਤ ਕੀਤੀ। ਬੱਚੀ ਜੋ ਕਿ ਆਪਣੀ ਮਾਂ ਦੇ ਨਾਲ ਤੇ ਭੈਣ ਦੇ ਨਾਲ ਆਈ ਹੋਈ ਸੀ। 10:30 ਵਜੇ ਦੇ ਨੇੜੇ ਦਾ ਸਮਾਂ ਸੀ ਵੀਰਵਾਰ ਨੂੰ ਚੋਕੋਲੈਂਡ ਕੈਫੇ ਦੇ ਉੱਤੇ 237 8 ਐਵੇਨਿਊ ਸਾਊਥ ਈਸਟ ਦੇ ਉੱਤੇ, ਜਿੱਥੇ ਕਿ ਇੱਕ ਵਿਅਕਤੀ ਉਸ ਕੈਫੇ ਦੇ ਅੰਦਰ ਦਾਖਲ ਹੋਇਆ ਜੋ ਕਿ ਉਸ ਮਾਂ ਤੇ ਉਸ ਦੀਆਂ 2 ਬੱਚੀਆਂ ਦੇ ਕੋਲ ਬੈਠ ਗਿਆ। ਜਿੱਥੇ ਕਿ ਜਦੋਂ ਹੀ ਉਹ ਔਰਤ ਉੱਥੇ ਤੋਂ ਦੂਜੇ ਪਾਸੇ ਗਈ ਤਾਂ ਉਸਨੇ ਇੱਕ ਬੱਚੀ ਨੂੰ ਆਪਣੇ ਨੇੜੇ ਬੁਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਇੱਕਦਮ ਦੂਜੀ ਲੜਕੀ ਤੇ ਨਾਲ ਹੀ ਉਸਦੀ ਮਾਂ ਉੱਚੀ ਚੀਖੀਆਂ, ਜਿਸ ਤੋਂ ਬਾਅਦ ਇਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ, ਜੋ ਕਿ ਦੌੜ ਕੇ ਉੱਥੇ ਤੋਂ ਗਿਆ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਕੈਲਗਰੀ ਪੁਲਿਸ ਨੇ ਇਸ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਕਿਹਾ ਕਿ 5 ਫੁੱਟ 8 ਇੰਚ ਦੇ ਨੇੜੇ ਇਸ ਦਾ ਕੱਦ ਹੈ, ਜਿਸ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਹੈ, ਜਿਸ ਨੇ ਸਫੇਦ ਰੰਗ ਦੀ ਕਮੀਜ਼ ਪਾਈ ਹੋਈ ਸੀ ਜਦੋਂ ਉਹ ਉੱਥੇ ਤੋਂ ਫਰਾਰ ਹੋਇਆ। ਗੂੜੇ ਖਾਕੀ ਰੰਗ ਦੇ ਸ਼ਾਰਟਸ ਪਾਏ ਹੋਏ ਸਨ, ਭੂਰੇ ਰੰਗ ਦੀ ਬੈਲਟ ਲਾਈ ਹੋਈ ਸੀ, ਸਫੇਦ ਜਰਾਬਾਂ ਪਾਈਆਂ ਹੋਈਆਂ ਸੀ ਤੇ ਗੂੜੇ ਰੰਗ ਦੇ ਲੋਫਰਸ ਪਾਏ ਹੋਏ ਸਨ, ਜਿਸ ਦੇ ਦਾੜੀ ਵੀ ਸੀ ਤੇ ਕਾਲੇ ਵਾਲ ਸਨ। ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਦੇ ਬਾਰੇ ਕੁਝ ਪਤਾ ਹੋਵੇ ਤਾਂ
403 266 1234 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। BCSPCA ਨੇ ਤਾਜ਼ਾ ਅੰਕੜੇ ਸਾਂਝੇ ਕੀਤੇ ਨੇ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਵੱਡੀ ਗਿਣਤੀ ਪਾਲਤੂ ਜਾਨਵਰ ਮੌਜੂਦ ਨੇ, ਜਿਨ੍ਹਾਂ ਨੂੰ ਗੋਦ ਲੈਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਘੱਟ ਹੋ ਗਈ ਹੈ। ਜਿਨ੍ਹਾਂ ਦੱਸਿਆ ਕਿ ਜਦੋਂ ਕੋਵਿਡ-19 ਦੀ ਮਹਾਮਾਰੀ ਦੌਰਾਨ ਜ਼ਿਆਦਾਤਰ ਲੋਕ ਆਈਸੋਲੇਸ਼ਨ ਵਿੱਚ ਸਨ, ਉਸ ਸਮੇਂ ਉਹਨਾਂ ਨੂੰ ਆਪਣੇ ਨਾਲ ਕਿਸੇ ਸਾਥ ਦੀ ਲੋੜ ਸੀ। ਅਜਿਹੇ ਵਿੱਚ ਵੱਡੀ ਗਿਣਤੀ ਲੋਕ ਉਹਨਾਂ ਤੋਂ ਪਾਲਤੂ ਜਾਨਵਰਾਂ ਨੂੰ ਗੋਦ ਲੈਂਦੇ ਸਨ, ਜਿੱਥੇ ਕਿ ਜੇਕਰ ਉਹਨਾਂ ਦੇ ਕੋਲ ਇੱਕ ਛੋਟਾ ਪੱਪੀ ਵੀ ਆ ਜਾਂਦਾ ਸੀ, ਉਸ ਵਾਸਤੇ ਸੈਂਕੜੇ ਅਰਜ਼ੀਆਂ 24 ਘੰਟੇ ਦੇ ਵਿੱਚ ਉਹਨਾਂ ਦੇ ਕੋਲ ਪਹੁੰਚ ਜਾਂਦੀਆਂ ਸਨ। ਪਰ ਇਸ ਸਮੇਂ ਗਰਮੀਆਂ ਦੇ ਵਿੱਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਕਈ ਵਾਰ ਇੱਕ ਵੀ ਅਰਜ਼ੀ ਪੂਰੇ ਦਿਨ ਵਿੱਚ ਉਹਨਾਂ ਕੋਲ ਨਹੀਂ ਆਉਂਦੀ, ਜਦ ਕਿ ਉਹਨਾਂ ਦੇ ਕੋਲ ਇਸ ਸਮੇਂ 1500 ਜਾਨਵਰ ਨੇ ਜੋ ਕਿ ਪਾਲਤੂ ਜਾਨਵਰ ਨੇ, ਜਿਨ੍ਹਾਂ ਨੂੰ ਗੋਦ ਲਿਆ ਜਾ ਸਕਦਾ ਹੈ, ਤੇ 700 ਜਿਨ੍ਹਾਂ ਵਿੱਚੋਂ ਉਹਨਾਂ ਦੇ ਸ਼ੈਲਟਰਸ ਦੇ ਵਿੱਚ ਰਹਿ ਰਹੇ ਨੇ ਤੇ ਬਾਕੀ ਵਲੰਟੀਅਰਸ ਨੇ ਆਪਣੇ ਘਰਾਂ ਵਿੱਚ ਰੱਖੇ ਹੋਏ ਨੇ, ਜਿਸ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਉਹ ਉਡੀਕ ਕਰ ਰਹੇ ਨੇ ਕਿ ਪੱਕੇ ਤੌਰ ਦੇ ਉੱਤੇ ਉਹਨਾਂ ਨੂੰ ਕੋਈ ਘਰ ਮਿਲ ਸਕੇ, ਜਿਸ ਵਾਸਤੇ ਅਰਜ਼ੀ ਧਾਰਕ ਅਰਜ਼ੀ ਦੇ ਸਕਦੇ ਨੇ। BCSPCA ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਇਸ ਦੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਸਾਲ ਦੇ ਵਿੱਚ ਯਾਨੀ ਕਿ ਸਾਲ 2022 ਵਿੱਚ ਹੁਣ ਤੱਕ BCSPCA ਦੇ ਵੱਲੋਂ 5000 ਜਾਨਵਰਾਂ ਨੂੰ ਗੋਦ ਦਿੱਤਾ ਜਾ ਚੁੱਕਿਆ ਹੈ, ਜਦ ਕਿ ਪਿਛਲੇ ਸਾਲ ਇਸੇ ਸਮੇਂ ਤੱਕ ਇਹ ਗਿਣਤੀ ਦੁੱਗਣੀ ਸੀ। ਜਿਨ੍ਹਾਂ ਨੇ ਵੀ ਪਾਲਤੂ ਜਾਨਵਰਾਂ ਨੂੰ ਗੋਦ ਲੈਣਾ ਹੋਵੇ ਉਹ BCSPCA ਦੀ ਵੈਬਸਾਈਟ ਦੇ ਉੱਤੇ ਜਾ ਕੇ ਜਾਣਕਾਰੀ ਦੇਖ ਸਕਦੇ ਨੇ ਤੇ ਫਾਰਮ ਭਰ ਸਕਦੇ ਨੇ। BCRCMP ਦੇ ਅਧਿਕਾਰੀ ਦੇ ਉੱਤੇ BC ਪ੍ਰੋਸੀਕਿਊਸ਼ਨ ਸਰਵਿਸ ਨੇ ਇੱਕ ਮਾਮਲਾ ਦਰਜ ਕਰਨ ਵਾਸਤੇ ਇਜਾਜ਼ਤ ਦੇ ਦਿੱਤੀ। ਦਰਅਸਲ ਕਾਂਸਟੇਬਲ ਜੇ ਬਾਰਬਨ ਦੇ ਉੱਤੇ ਮਾਮਲਾ ਦਰਜ ਹੋਇਆ ਹੈ। ਅਗਸਤ 19 2021 ਨੂੰ ਬੀਅਰ ਲੇਕ ਕੋਲ ਇੱਕ ਸੜਕ ਹਾਦਸਾ ਵਾਪਰਿਆ। ਜੇ ਬਾਰਬਨ ਉਸ ਸਮੇਂ RCMP ਦੀ ਗੱਡੀ ਚਲਾ ਰਹੇ ਸਨ ਜਦੋਂ ਇਹ ਸੜਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਹੁਣ ਸਤੰਬਰ 21 2022 ਨੂੰ ਪ੍ਰਿੰਸ ਜਾਰਜ ਪ੍ਰੋਵਿੰਸ਼ੀਅਲ ਕੋਰਟ ਵਿੱਚ ਕਾਂਸਟੇਬਲ ਜੇ ਬਾਰਬਨ ਨੂੰ ਪੇਸ਼ ਕੀਤਾ ਜਾਵੇਗਾ। ਜਿਵੇਂ ਕਿ ਅਗਸਤ 19 2021 ਨੂੰ ਹਾਈਵੇ 97 ਦੇ ਉੱਤੇ ਇੰਡਸਟਰੀਅਲ ਵੇ ਕੋਲ ਇਹ ਸੜਕ ਹਾਦਸਾ ਵਾਪਰਿਆ, ਜੋ ਕਿ ਬੀਅਰ ਲੇਕ ਦੇ ਵਿੱਚ ਇਹ ਵਾਪਰਿਆ ਸੀ, ਜਿੱਥੇ ਕਿ ਇੱਕ SUV ਗੱਡੀ ਜੋ ਕਿ ਪ੍ਰਿੰਸ ਜਾਰਜ RCMP ਆਫੀਸਰ ਦੇ ਵੱਲੋਂ ਚਲਾਈ ਜਾ ਰਹੀ ਸੀ, ਉਸ ਦੀ ਇੱਕ ਹੋਰ ਗੱਡੀ ਨਾਲ ਟੱਕਰ ਹੋ ਗਈ। ਆਜ਼ਾਦ ਤੌਰ ਦੇ ਉੱਤੇ ਜਾਂਚ ਕਰਨ ਵਾਲੀ ਟੀਮ ਨੇ ਪਾਇਆ ਕਿ ਉਸ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਂਸਟੇਬਲ ਜੇ ਬਾਰਬਨ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਕਰਾਊਨ ਕਾਉਂਸਲ ਨੇ ਜੇ ਬਾਰਬਨ ਦੇ ਉੱਤੇ ਮਾਮਲਾ ਦਰਜ ਕੀਤਾ ਹੈ, ਉਹਨਾਂ ਦੇ ਪਹਿਲਾਂ ਬਾਰਬਨ ਦੇ ਨਾਲ ਕੋਈ ਵੀ ਸਬੰਧ ਨਹੀਂ ਸਨ ਤੇ ਨਾ ਹੀ ਉਹ ਬਾਰਬਨ ਨੂੰ ਜਾਣਦੇ ਸੀ, ਜਿਸ ਤੋਂ ਬਾਅਦ ਅੱਗੇ ਹੁਣ ਅਦਾਲਤ ਵਿੱਚ ਕੇਸ ਚੱਲੇਗਾ, ਜਿਸ ਦੇ ਵਿੱਚ ਹੁਣ ਤੱਕ ਤਾਂ ਇਹੋ ਪਾਇਆ ਗਿਆ ਹੈ ਕਿ ਜੇ ਬਾਰਬਨ ਨੇ ਖਰਾਬ ਤਰੀਕੇ ਨਾਲ ਗੱਡੀ ਚਲਾਈ, ਜਿਸ ਕਰਕੇ ਇਹ ਸੜਕ ਹਾਦਸਾ ਵਾਪਰਿਆ। ਤੇਜ਼ ਮੀਂਹ ਪੈਣ ਤੋਂ ਬਾਅਦ ਹਾਈਵੇ 1 ਦੇ ਉੱਤੇ ਲਿਟਨ ਤੇ ਸਪੈਂਸਰਸ ਬ੍ਰਿਜ ਦੇ ਦਰਮਿਆਨ ਪਹਾੜ ਤੋਂ ਮਿੱਟੀ ਖਿਸਕਣ ਦੇ ਮਾਮਲੇ ਸਾਹਮਣੇ ਆਏ ਨੇ। ਕਈ ਥਾਵਾਂ ਦੇ ਉੱਤੇ ਇਹ ਮੱਡ ਸਲਾਈਡ ਹੋਇਆ ਹਾਈਵੇ 1 ਦੇ ਉੱਤੇ ਪਿਛਲੀ ਰਾਤ, ਜਿਸ ਤੋਂ ਬਾਅਦ ਹੈਲੀਕਾਪਟਰ ਵੀ ਉਸ ਖੇਤਰ ਦੇ ਵਿੱਚ ਦੁਪਹਿਰ ਨੂੰ ਦੇਖਿਆ ਗਿਆ ਕੱਲ, ਜਿਸ ਤੋਂ ਬਾਅਦ ਡਰਾਈਵ BC ਨੇ ਇਸ ਦੇ ਬਾਰੇ ਕਿਹਾ ਕਿ ਸ਼ੁੱਕਰਵਾਰ ਦੀ ਸਵੇਰ ਦੇ 10 ਵਜੇ ਤੱਕ ਕੋਈ ਹੋਰ ਅਪਡੇਟ ਨਹੀਂ ਦੇ ਸਕਦੇ। ਸੜਕ ਨੂੰ ਬੰਦ ਕਰ ਦਿੱਤਾ ਗਿਆ। ਨੁਕਸਾਨ ਕਾਫੀ ਜ਼ਿਆਦਾ ਹੋਇਆ ਦੱਸਿਆ ਗਿਆ ਹੈ, ਜਿਸ ਦੇ ਉੱਤੇ ਕੰਮ ਵੀ ਲਗਾਤਾਰ ਇਸ ਸਮੇਂ ਚੱਲ ਰਿਹਾ ਹੈ। ਜਿਸ ਦੇ ਬਾਰੇ ਜਦੋਂ ਅਪਡੇਟ ਸਾਂਝੀ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਡਰਾਈਵ BC ਨੇ ਇਹ ਵੀ ਡਰਾਈਵਰਾਂ ਨੂੰ ਦੱਸਿਆ ਕਿ ਉਹ ਹੋਰ ਰਾਹ ਚੁਣ ਸਕਦੇ ਨੇ, ਕਿਉਂਕਿ ਹਾਈਵੇ ਨੂੰ ਹਾਈਵੇ 12 ਤੇ ਹਾਈਵੇ 8 ਦੇ ਜੰਕਸ਼ਨਸ ਦੇ ਦਰਮਿਆਨ ਬੰਦ ਕੀਤਾ ਗਿਆ। ਜਿਵੇਂ ਕਿ ਜੂਨ ਮਹੀਨੇ ਪ੍ਰੀਮੀਅਰ ਜੌਨ ਹੌਰਗਨ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੇ ਅਹੁਦੇ ਤੋਂ ਹੁਣ ਪਿੱਛੇ ਹਟ ਰਹੇ ਨੇ। ਜਦੋਂ ਤੱਕ BCNDP ਦੇ ਨਵੇਂ ਲੀਡਰ ਨੂੰ ਨਹੀਂ ਚੁਣ ਲਿਆ ਜਾਂਦਾ, ਉਦੋਂ ਤੱਕ ਹੀ ਪ੍ਰੀਮੀਅਰ ਜੌਨ ਹੌਰਗਨ ਆਪਣੇ ਅਹੁਦੇ ਤੇ ਬਣੇ ਰਹਿਣਗੇ। ਜਿਵੇਂ ਕਿ ਹੁਣ ਵੱਖੋ ਵੱਖਰੇ ਨਾਮ ਸਾਹਮਣੇ ਆ ਰਹੇ ਨੇ ਜੋ ਕਿ BCNDP ਦੇ ਲੀਡਰਸ਼ਿਪ ਦੀ ਦੌੜ ਦੇ ਵਾਸਤੇ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਹੁਣ ਦੂਜਾ ਨਾਮ ਵੀ ਸਾਹਮਣੇ ਆ ਚੁੱਕਿਆ ਜੋ ਕਿ ਭਾਰਤੀ ਮੂਲ ਦੀ ਅੰਜਲੀ ਅਪਾਦੁਰਾਏ, ਜੋ ਕਿ BCNDP ਦੀ ਲੀਡਰਸ਼ਿਪ ਦੇ ਵਾਸਤੇ ਦੌੜ ਵਿੱਚ ਹਿੱਸਾ ਲੈ ਰਹੇ ਨੇ। ਇਸ ਤੋਂ ਪਹਿਲਾਂ ਡੇਵਿਡ ਐਬੀ ਇਸ ਦੇ ਵਿੱਚ ਕੈਂਡੀਡੇਟ ਪਹਿਲਾਂ ਤੋਂ ਨੇ ਤੇ ਦੂਜੇ ਕੈਂਡੀਡੇਟ ਅੰਜਲੀ ਦਾ ਨਾਮ ਸਾਹਮਣੇ ਆਇਆ ਹੈ, ਜੋ ਕਿ ਪਹਿਲਾਂ ਫੈਡਰਲ ਇਲੈਕਸ਼ਨ ਦੇ ਵਾਸਤੇ ਕੋਸ਼ਿਸ਼ ਕਰ ਚੁੱਕੇ ਨੇ। ਵੈਨਕੂਵਰ ਤੋਂ ਉਹ MP ਦੀ ਚੋਣ ਲੜਨਾ ਚਾਹੁੰਦੇ ਸੀ, ਪਰ ਉਸ ਸਮੇਂ ਉਹਨਾਂ ਨੂੰ ਸੀਟ ਨਹੀਂ ਮਿਲ ਸਕੀ। ਪਰ ਹੁਣ BCNDP ਦੀ ਲੀਡਰਸ਼ਿਪ ਦੇ ਵਾਸਤੇ ਉਹ ਅੱਗੇ ਆ ਰਹੇ ਨੇ। ਜਿਵੇਂ ਕਿ ਵਾਤਾਵਰਣ ਦੇ ਬਾਰੇ ਕੰਮ ਕਰਨ ਵਾਲੀ ਸੰਸਥਾ ਕਲਾਈਮੇਟ ਐਮਰਜੈਂਸੀ ਯੂਨਿਟ ਦੀ ਮੁਹਿੰਮ ਦੀ ਡਾਇਰੈਕਟਰ ਦੇ ਵਜੋਂ ਅੰਜਲੀ ਦੇ ਵੱਲੋਂ ਕੰਮ ਵੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਸ ਤਰ੍ਹਾਂ ਕੁਦਰਤੀ ਕਰੋਪੀਆਂ ਆਈਆਂ ਪਿਛਲੇ ਸਾਲ,
ਇਸ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਪਹਿਲ ਦੇ ਆਧਾਰ ਦੇ ਉੱਤੇ ਵਾਤਾਵਰਣ, ਸਿਹਤ ਤੇ ਹਾਊਸਿੰਗ ਦੇ ਸੰਬੰਧੀ ਕੰਮ ਕਰਨ ਦੀ ਲੋੜ ਹੈ। BCNDP ਦੇ ਲੀਡਰ ਵਾਸਤੇ ਦੌੜ ਵਿੱਚ ਹਿੱਸਾ ਲੈਣ ਦੇ ਲਈ 4 ਅਕਤੂਬਰ ਤੱਕ ਆਪਣਾ ਨਾਮ ਦਿੱਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਦਸੰਬਰ 3, 2022 ਨੂੰ ਨਵੇਂ ਲੀਡਰ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ। ਮੋਡਰਨਾ ਕੰਪਨੀ ਵੱਲੋਂ ਕੋਵਿਡ-19 ਦੇ ਟੀਕੇ ਬਣਾਉਣ ਦੇ ਵਾਸਤੇ ਇੱਕ ਫੈਕਟਰੀ ਲਗਾਈ ਜਾ ਰਹੀ ਹੈ। ਮੌਂਟਰੀਅਲ ਖੇਤਰ ਵਿੱਚ ਇਹ ਫੈਕਟਰੀ ਲਗਾਈ ਜਾ ਰਹੀ ਹੈ, ਜਿੱਥੇ ਕਿ ਨਾ ਸਿਰਫ ਕੋਵਿਡ-19 ਦੇ ਟੀਕੇ ਬਣਾਏ ਜਾਣਗੇ, ਸਗੋਂ ਹੋਰ ਵੀ ਟੀਕੇ ਬਣਾਏ ਜਾਣ ਦੇ ਬਾਰੇ ਦੱਸਿਆ ਗਿਆ ਹੈ, ਜਿੱਥੇ ਕਿ ਜਿਵੇਂ ਇਸ ਸਾਲ ਦੇ ਅੰਤ ਤੱਕ ਨਿਰਮਾਣ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਸਾਲ 2024 ਦੇ ਅੰਤ ਤੱਕ ਇਸ ਦੇ ਪੂਰਾ ਹੋਣ ਦਾ ਟੀਚਾ ਮਿਥਿਆ ਗਿਆ, ਜਦੋਂ ਟੀਕਿਆਂ ਦਾ ਬਣਨਾ ਵੀ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਜਦੋਂ ਇੱਕ ਵਾਰ ਫੈਕਟਰੀ ਦਾ ਕੰਮ ਸ਼ੁਰੂ ਹੋ ਗਿਆ ਤਾਂ ਮੌਂਟਰੀਅਲ ਖੇਤਰ ਵਿੱਚ ਮੋਡਰਨਾ ਦੇ ਵੱਲੋਂ 100 ਮਿਲੀਅਨ ਡੋਜ਼ਸ ਮੋਡਰਨਾ ਦੇ ਟੀਕਿਆਂ ਦੀਆਂ ਹਰ ਸਾਲ ਤਿਆਰ ਕੀਤੀਆਂ ਜਾਣਗੀਆਂ, ਜਿਸ ਦੇ ਵਿੱਚ ਨਾ ਸਿਰਫ ਕੋਵਿਡ-19 ਦੇ ਟੀਕੇ ਸਗੋਂ ਰੈਸਪੀਰੇਟਰੀ ਹੋਰ ਵਾਇਰਸ ਦੱਸੇ ਗਏ ਨੇ, ਜਿਸ ਦੇ ਵਿੱਚ ਇਨਫਲੂਐਂਜ਼ਾ ਤੇ ਰੈਸਪੀਰੇਟਰੀ ਦੇ ਹੋਰ ਵਾਇਰਸ ਜਿਨ੍ਹਾਂ ਦੇ ਟੀਕੇ ਵੀ ਤਿਆਰ ਕੀਤੇ ਜਾਣਗੇ। ਜਿਵੇਂ ਕਿ ਸਾਲ 2024 ਦੇ ਅੰਤ ਤੱਕ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ ਤਾਂ ਇਸ ਦੇ ਬਾਰੇ ਕਿਊਬੈਕ ਦੇ ਵਿੱਚ ਐਲਾਨ ਕੀਤਾ ਗਿਆ। ਵੈਨਕੂਵਰ ਵਿੱਚ ਈਸਟ ਹੇਸਟਿੰਗਸ ਸਟਰੀਟ ਦੇ ਉੱਤੇ ਬੇਕਰਾਂ ਨੂੰ ਹਟਾਉਣ ਦਾ ਕੰਮ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਜਾਰੀ ਹੈ, ਜਿਸ ਦੌਰਾਨ ਪੁਲਿਸ ਅਧਿਕਾਰੀਆਂ ਤੇ ਨਾਲ ਹੀ ਕਾਫੀ ਗਿਣਤੀ ਵਿੱਚ ਬੇਕਰ ਜਿਨ੍ਹਾਂ ਨੇ ਉੱਥੇ ਤੋਂ ਜਾਣ ਦੇ ਵਾਸਤੇ ਇਨਕਾਰ ਕਰ ਦਿੱਤਾ ਸੀ, ਝੜਪ ਵੀ ਹੋਈ ਤੇ ਇੱਕ 44 ਸਾਲ ਦੀ ਔਰਤ ਉੱਤੇ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਵੀ ਵੈਨਕੂਵਰ ਪੁਲਿਸ ਨੇ ਸਾਂਝੀ ਕੀਤੀ ਹੈ। ਇਸ ਦੌਰਾਨ ਕਾਫੀ ਗਿਣਤੀ ਵਿੱਚ ਬੇਕਰ ਅਜਿਹੇ ਨੇ ਜੋ ਕਿ ਮਾਨਸਿਕ ਤੌਰ ਦੇ ਉੱਤੇ ਕਾਫੀ ਪਰੇਸ਼ਾਨ ਨੇ, ਜਿਨ੍ਹਾਂ ਦੇ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਆਖਿਰ ਉਹ ਜਾਣ ਕਿੱਥੇ। ਤੇ ਇਸ ਦੌਰਾਨ ਜਿੱਥੇ ਇੱਕ ਪਾਸੇ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਸਰਵਿਸ ਦਿੱਤੀ ਜਾਂਦੀ ਹੈ, ਕਮਿਊਨਿਟੀ ਹਾਲ ਨੇ ਤੇ ਹੋਰ ਥਾਵਾਂ ਦੇ ਉੱਤੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ, ਪਰ ਉੱਥੇ ਤੋਂ ਜਾਂਦੇ ਨਹੀਂ ਨੇ। ਪਰ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਰਹਿਣ ਦੇ ਲਈ ਥਾਂ ਨਹੀਂ ਹੈ ਤੇ ਨਾਲ ਹੀ ਨਾ ਹੀ ਕੋਈ ਕੰਮ ਹੈ ਤਾਂ ਕਿ ਉਹ ਕਮਾਈ ਵੀ ਕਰ ਸਕਣ। ਤੇ ਇਸ ਤਰ੍ਹਾਂ ਜਿਵੇਂ ਕਿ ਵੈਨਕੂਵਰ ਦੇ ਪੁਲਿਸ ਅਧਿਕਾਰੀਆਂ ਨੇ 44 ਸਾਲ ਦੀ ਔਰਤ ਦੇ ਉੱਤੇ ਮਾਮਲਾ ਦਰਜ ਕੀਤੇ ਜਾਣ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈਆਂ, ਜਿੱਥੇ ਕਿ ਉਹ ਅਧਿਕਾਰੀ ਜੋ ਕਿ ਬੇਕਰਾਂ ਨੂੰ ਉੱਥੇ ਤੋਂ ਹਟਾ ਰਹੇ ਸਨ ਤੇ ਉਹਨਾਂ ਦਰਮਿਆਨ ਤੇ ਅਧਿਕਾਰੀਆਂ ਦੇ ਦਰਮਿਆਨ ਝੜਪ ਵੀ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੈਨਕੂਵਰ ਦੇ ਫਾਇਰ ਚੀਫ ਨੇ ਹੁਕਮ ਦੇ ਦਿੱਤੇ ਸਨ ਕਿ ਟੈਂਟ ਸਿਟੀ ਨੂੰ ਸਾਈਡਵਾਕਸ ਤੋਂ ਹਟਾਇਆ ਜਾਵੇ, ਗੋਰ ਐਵੇਨਿਊ ਤੇ ਐਬਟ ਸਟਰੀਟ ਦੇ ਦਰਮਿਆਨ, ਜਿਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਜੇਕਰ ਕਿਤੇ ਵੀ ਅੱਗ ਲੱਗ ਜਾਂਦੀ ਹੈ ਤਾਂ ਅਜਿਹੇ ਵਿੱਚ ਐਮਰਜੈਂਸੀ ਵਾਹਨ ਵੀ ਉੱਥੇ ਪਹੁੰਚਣਾ ਮੁਸ਼ਕਲ ਹੈ ਟੈਂਟ ਸਿਟੀ ਦੇ ਕਰਕੇ, ਜਿਸ ਕਰਕੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਟੋਰਾਂਟੋ ਵਿੱਚ ਪਿਛਲੇ ਹਫ਼ਤੇ 99 ਸਾਲ ਦੀ ਔਰਤ ਦੇ ਨਾਲ ਸੜਕ ਹਾਦਸਾ ਵਾਪਰਿਆ ਸੀ, ਜਿਸ ਤੋਂ ਬਾਅਦ ਹੁਣ ਉਸਨੇ ਦਮ ਤੋੜ ਦਿੱਤਾ ਹੈ। ਇੱਕ ਹਫ਼ਤੇ ਬਾਅਦ ਉਸ ਔਰਤ ਨੇ ਦਮ ਤੋੜਿਆ, ਜਿਸ ਦੇ ਬਾਰੇ ਟੋਰਾਂਟੋ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਨੇ ਕਿਹਾ ਕਿ ਅਗਸਤ 3 ਨੂੰ ਸ਼ਾਮ ਦੇ 6:02 ਦਾ ਸਮਾਂ ਸੀ ਜਦੋਂ ਇੱਕ ਗੱਡੀ ਜੋ ਕਿ ਰਾਇਲ ਯਾਰਕ ਰੋਡ ਦੇ ਉੱਤੇ ਜਾ ਰਹੀ ਸੀ, ਜਿੱਥੇ ਕਿ ਗੱਡੀ ਖੱਬੇ ਪਾਸੇ ਨੂੰ ਮੁੜਨ ਲੱਗੀ ਸਟੈਨਲੀ ਐਵੇਨਿਊ ਨੂੰ, ਤਾਂ ਉੱਥੇ ਇੱਕ ਔਰਤ ਜਿਸ ਦੀ ਉਮਰ 99 ਸਾਲ ਸੀ ਉਸ ਦੀ ਉਸ ਵਾਹਨ ਦੇ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਕਾਫੀ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪਰ ਹੁਣ ਬੁੱਧਵਾਰ ਨੂੰ ਪੁਲਿਸ ਨੇ ਦੱਸਿਆ ਕਿ ਅਗਸਤ 9 ਮੰਗਲਵਾਰ ਨੂੰ ਉਸਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਜਦੋਂ ਇਹ ਹਾਦਸਾ ਵਾਪਰਿਆ, ਮੌਕੇ ਦੇ ਉੱਤੇ ਜਿਸ ਵਾਹਨ ਦੀ ਇਸ ਹਾਦਸੇ ਵਿੱਚ ਸ਼ਮੂਲੀਅਤ ਸੀ ਉਸ ਵਾਹਨ ਦਾ ਡਰਾਈਵਰ ਮੌਕੇ ਦੇ ਉੱਤੇ ਮੌਜੂਦ ਰਿਹਾ, ਜਿਸ ਨੇ ਕਿ ਪੁਲਿਸ ਨੂੰ ਜਾਂਚ ਦੇ ਲਈ ਸਹਿਯੋਗ ਵੀ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਜੇ ਵੀ ਜੇਕਰ ਕਿਸੇ ਦੇ ਕੋਲ ਵੀ ਉਸ ਮਾਮਲੇ ਸੰਬੰਧੀ ਕੋਈ ਡੈਸ਼ ਕੈਮ ਫੁਟੇਜ ਹੋਵੇ ਜਾਂ ਫਿਰ ਕੋਈ ਹੋਰ ਜਾਣਕਾਰੀ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟੋਰਾਂਟੋ ਪੁਲਿਸ ਨੇ ਇਸ ਵਿਅਕਤੀ ਨੂੰ ਲੱਭਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ, ਜਿਸ ਨੇ ਇੱਕ ਔਰਤ ਦੇ ਉੱਤੇ ਹਮਲਾ ਕਰ ਦਿੱਤਾ। ਮੰਗਲਵਾਰ ਦੀ ਸ਼ਾਮ ਨੂੰ 5 ਵਜੇ ਦੇ ਨੇੜੇ ਨਾਰਥ ਯਾਰਕ ਖੇਤਰ ਵਿੱਚ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸ਼ੈਫਰਡ ਐਵੇਨਿਊ ਤੇ ਯੰਗ ਸਟਰੀਟ ਦੇ ਉੱਤੇ ਬੁਲਾਇਆ ਗਿਆ, ਜਿੱਥੇ ਕਿ ਇੱਕ ਔਰਤ ਜੋ ਕਿ ਸ਼ੈਫਰਡ ਯੰਗ ਸਟੇਸ਼ਨ ਦੇ ਵੱਲ ਜਾ ਰਹੀ ਸੀ, ਉੱਥੇ ਤੁਰੇ ਜਾ ਰਹੇ ਵਿਅਕਤੀ ਨੇ ਇੱਕਦਮ ਉਸ ਦੇ ਉੱਤੇ ਹਮਲਾ ਕਰ ਦਿੱਤਾ, ਜੋ ਕਿ ਸਾਈਡ ਵਾਕ ਦੇ ਉੱਤੇ ਸੀ, ਜਿਸ ਨੇ ਕਿ ਉਸ ਦੇ ਮੂੰਹ ਦੇ ਉੱਤੇ ਕਈ ਵਾਰ ਮੁੱਕੇ ਮਾਰੇ। ਪੁਲਿਸ ਨੇ ਕਿਹਾ ਕਿ ਉਹ ਔਰਤ ਉਸ ਵਿਅਕਤੀ ਨੂੰ ਜਾਣਦੀ ਨਹੀਂ ਸੀ। ਬੁੱਧਵਾਰ ਨੂੰ ਪੁਲਿਸ ਨੇ ਇਸ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜੋ ਕਿ ਸਰਵੀਲੈਂਸ ਵੀਡੀਓ ਦੇ ਵਿੱਚੋਂ ਲਈਆਂ ਗਈਆਂ ਨੇ, ਜਿਸ ਦੇ ਬਾਰੇ ਦੱਸਿਆ ਗਿਆ ਕਿ 25 ਤੋਂ 30 ਸਾਲ ਇਸ ਦੀ ਉਮਰ ਹੈ, 5 ਫੁੱਟ 8 ਇੰਚ ਦੇ ਕਰੀਬ ਇਸ ਦਾ ਕੱਦ ਹੈ। ਤੇ ਨਾਲ ਹੀ ਪੁਲਿਸ ਨੇ ਵੀ ਦੱਸਿਆ ਹੈ ਕਿ ਗੂੜੇ ਨੀਲੇ ਰੰਗ ਦੀ ਬੇਸਬਾਲ ਹੈਟ ਇਸਨੇ ਪਾਈ ਹੋਈ ਸੀ, ਫਿੱਕੇ ਨੀਲੇ ਰੰਗ ਦਾ ਸਰਜੀਕਲ ਮਾਸਕ ਪਾਇਆ ਹੋਇਆ ਸੀ, ਗੂੜੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਗੂੜੀ ਨੀਲੀ ਜੀਨ
ਜਿਸ ਨੂੰ ਲੱਭਣ ਦੇ ਲਈ ਹੁਣ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਇਸ ਨੂੰ ਕੋਈ ਵੀ ਪਛਾਣਦਾ ਹੋਵੇ ਤਾਂ 416 808 3200 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਓਨਟਾਰੀਓ ਵਿੱਚ ਕਈ ਪੁਲਿਸ ਵਿਭਾਗਾਂ ਨੇ ਇਕੱਠਿਆਂ ਮਿਲ ਕੇ ਵੱਡੇ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਨਸ਼ੇ ਸਮੇਤ ਹਥਿਆਰਾਂ ਦੀ ਤਸਕਰੀ ਕਰਦੇ ਸਨ ਕੈਨੇਡਾ ਅਮਰੀਕਾ ਬਾਰਡਰ ਦੇ ਰਾਹੀਂ, ਜਿਸ ਦੇ ਵਿੱਚ 22 ਜਣਿਆਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। 400 ਕੇਸ ਦਰਜ ਹੋਏ ਨੇ। ਯਾਰਕ ਰੀਜਨਲ ਪੁਲਿਸ ਨੇ ਇਸ ਦੇ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਕਿ ਇਸ ਮਾਮਲੇ ਦੀ ਜਾਂਚ 10 ਮਹੀਨੇ ਦੇ ਲਈ ਚੱਲੀ ਹੈ, ਜੋ ਕਿ ਅਕਤੂਬਰ 2021 ਵਿੱਚ ਇੱਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਬੂ ਕੀਤਾ ਗਿਆ। ਲੰਡਨ ਵਿੱਚ ਓਨਟਾਰੀਓ ਦੇ ਵਿੱਚ ਹੈ ਜੋ ਉੱਥੇ ਤੋਂ ਇਸ ਜਾਂਚ ਨੂੰ ਸ਼ੁਰੂ ਕੀਤਾ ਗਿਆ। ਅੱਗੇ ਤੋਂ ਅੱਗੇ ਇਸ ਦੇ ਤਾਰ ਜੁੜਦੇ ਗਏ, ਜਿਸ ਤੋਂ ਬਾਅਦ ਵੱਡੇ ਗਿਰੋਹ ਤੱਕ ਪਰਦਾਫਾਸ਼ ਕੀਤਾ ਗਿਆ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸੈਂਟ ਕਲੀਅਰ ਰਿਵਰ ਦੇ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਤਸਕਰੀ ਕੀਤੀ ਜਾਂਦੀ ਸੀ। ਕਈ ਹਥਿਆਰ ਬਰਾਮਦ ਕੀਤੇ ਗਏ ਨੇ ਜੋ ਕਿ ਅਮਰੀਕਾ ਤੋਂ ਕੈਨੇਡਾ ਵਿੱਚ ਪਹੁੰਚੇ, ਜਿੱਥੇ ਕਿ ਡਰੋਨ ਦੇ ਰਾਹੀਂ ਵੀ ਹਥਿਆਰ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ ਲੈਂਪਟਨ ਕਾਉਂਟੀ ਵਿੱਚ ਅਪ੍ਰੈਲ ਦੇ ਅੰਤ ਵਿੱਚ। ਜਿਸ ਮਾਮਲੇ ਦੀ ਜਾਂਚ ਹਜੇ ਵੀ ਕੀਤੀ ਜਾ ਰਹੀ ਹੈ ਤੇ ਹੋਰ ਨਦੀ ਦੇ ਰਾਹੀਂ ਕਿਸ ਤਰ੍ਹਾਂ ਸਮਾਨ ਲਿਆਂਦਾ ਜਾ ਰਿਹਾ ਸੀ ਉਸ ਤਰੀਕੇ ਦੇ ਬਾਰੇ ਹਜੇ ਖਾਸ ਨਹੀਂ ਦੱਸਿਆ ਗਿਆ, ਪਰ ਅਧਿਕਾਰੀਆਂ ਨੇ ਕਹਿਣਾ ਹੈ ਕਿ ਉਸ ਨਦੀ ਦੀ ਵਰਤੋਂ ਕੀਤੀ ਜਾ ਰਹੀ ਸੀ ਜੋ ਕਿ ਵੈਲਪੋਲ ਆਈਲੈਂਡ ਫਰਸਟ ਨੇਸ਼ਨ ਦੇ ਰਾਹੀਂ ਅਜਿਹਾ ਕੀਤਾ ਜਾ ਰਿਹਾ ਸੀ, ਜਿੱਥੇ ਕਿ ਅਮਰੀਕਾ ਕੈਨੇਡਾ ਦਾ ਬਾਰਡਰ ਵੀ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਲੰਡਨ ਪੁਲਿਸ, ਯਾਰਕ ਪੁਲਿਸ, ਪੀਲ ਪੁਲਿਸ, ਇਹਨਾਂ ਨੇ ਮਿਲ ਕੇ ਮਾਮਲੇ ਦੀ ਜਦੋਂ ਜਾਂਚ ਕੀਤੀ ਤਾਂ ਉਹਨਾਂ ਨੇ ਕਿਹਾ ਕਿ 22 ਘਰਾਂ ਦੇ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ, 2 ਵਪਾਰਾਂ ਵਿੱਚ ਜੁਲਾਈ 28 ਨੂੰ, ਜਿਸ ਤੋਂ ਬਾਅਦ 20 ਹੈਂਡਗਨਸ ਬਰਾਮਦ ਕੀਤੀਆਂ ਗਈਆਂ ਨੇ ਜੋ ਅਮਰੀਕਾ ਤੋਂ ਆਈਆਂ। ਕਾਫੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ, ਜਿਸ ਦੇ ਵਿੱਚ 9 ਕਿਲੋ ਕੋਕੇਨ, ਕਰੀਬ 2 ਕਿਲੋ ਫੈਂਟਨਲ, 20,000 ਨਸ਼ੇ ਦੀਆਂ ਗੋਲੀਆਂ ਤੇ ਇਸ ਦੇ ਨਾਲ ਹੀ 22 ਜਣਿਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ, ਜਿੱਥੇ ਕਿ ਕਿਹਾ ਗਿਆ ਕਿ ਫੈਂਟਨਲ ਜੋ ਬਰਾਮਦ ਕੀਤੀ ਗਈ ਹੈ ਉਸ ਨੂੰ ਕੈਂਡੀਜ਼ ਦੇ ਵਾਂਗ ਬਣਾਇਆ ਗਿਆ ਸੀ, ਵੱਖੋ ਵੱਖਰੇ ਆਕਾਰ ਵਿੱਚ, ਜਿਵੇਂ ਕਿ ਬੱਚਿਆਂ ਦੇ ਖਾਣ ਵਾਲੀਆਂ ਟੌਫੀਆਂ ਹੁੰਦੀਆਂ ਨੇ, ਕੁਝ ਉਸ ਤਰ੍ਹਾਂ ਫੈਂਟਨਲ ਲੱਗ ਰਹੀ ਸੀ, ਜਦ ਕਿ ਇਹ ਸਿੰਥੈਟਿਕ ਨਸ਼ਾ ਹੈ ਤੇ ਕਾਫੀ ਜ਼ਿਆਦਾ ਖਤਰਨਾਕ ਹੁੰਦਾ ਹੈ, ਜਿਸ ਦੀ ਬਰਾਮਦਗੀ ਕੀਤੀ ਗਈ ਹੈ। ਨਾ ਸਿਰਫ ਹਥਿਆਰ, ਸਗੋਂ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਰੌਂਦ ਵੀ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਹੋਏ ਨੇ। ਉਹਨਾਂ ਵਿੱਚ 20 ਸਾਲ ਦੀ ਉਮਰ ਤੋਂ ਲੈ ਕੇ 67 ਸਾਲ ਦੀ ਉਮਰ ਤੱਕ ਦੇ ਵਿਅਕਤੀ ਸ਼ਾਮਲ ਨੇ, ਜਿਨ੍ਹਾਂ ਦੇ ਉੱਤੇ ਜਿਵੇਂ ਕਿ ਪਹਿਲਾਂ ਦੱਸਿਆ ਕੁੱਲ 400 ਮਾਮਲੇ ਦਰਜ ਕੀਤੇ ਗਏ ਨੇ। ਜੋ 20 ਹਥਿਆਰ ਬਰਾਮਦ ਕੀਤੇ ਗਏ ਨੇ ਉਸ ਦੀਆਂ ਤਸਵੀਰਾਂ ਜਦੋਂ ਸਾਂਝੀਆਂ ਕੀਤੀਆਂ ਨੇ ਯਾਰਕ ਰੀਜਨਲ ਪੁਲਿਸ ਨੇ, ਤਾਂ ਉਹਨਾਂ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਫਲੋਰੀਡਾ, ਓਹਾਇਓ ਤੇ ਹੋਰ ਥਾਵਾਂ ਤੋਂ ਇਹ ਹਥਿਆਰ ਕੈਨੇਡਾ ਵਿੱਚ ਲਿਆਂਦੇ ਗਏ। ਇਸ ਮਾਮਲੇ ਉੱਤੇ ਹਜੇ ਅੱਗੇ ਵੀ ਹੋਰ ਜਾਂਚ ਜਾਰੀ ਰਹੇਗੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਇੱਕ ਪਾਸੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਇਸ ਸਮੇਂ ਕੰਮ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ, ਤਾਂ ਦੂਜੇ ਪਾਸੇ ਜੋ ਬੈਕਲੌਗ ਪਿਆ ਏ ਉਸ ਕਰਕੇ ਵੱਡੀ ਗਿਣਤੀ ਅਰਜ਼ੀ ਧਾਰਕ ਪਰੇਸ਼ਾਨ ਨੇ। ਜਿਵੇਂ ਕਿ ਬੈਕਲੌਗ ਦੇ ਵਿੱਚ ਹੁਣ ਤੱਕ ਕਾਫੀ ਜ਼ਿਆਦਾ ਵਾਧਾ ਹੋ ਚੁੱਕਿਆ, 27 ਲੱਖ ਤੋਂ ਵੱਧ ਫਾਈਲਾਂ ਅਜਿਹੀਆਂ ਨੇ ਜੋ ਕਿ ਬੈਕਲੌਗ ਦੇ ਵਿੱਚ ਪਈਆਂ ਨੇ। ਵੱਡੀ ਗਿਣਤੀ ਅਰਜ਼ੀ ਧਾਰਕ ਕਈ ਸਾਲਾਂ ਤੋਂ ਜਿਨ੍ਹਾਂ ਨੂੰ ਕੋਈ ਜਵਾਬ ਨਹੀਂ ਆਏ। ਤਾਂ ਦੂਜੇ ਪਾਸੇ ਕੈਨੇਡਾ ਦੇ ਵਿੱਚ ਉਹ ਵਪਾਰਾਂ ਦੇ ਮਾਲਕ ਜਿਨ੍ਹਾਂ ਨੂੰ ਜਦੋਂ ਕਾਮਿਆਂ ਦੀ ਲੋੜ ਹੁੰਦੀ ਹੈ ਤਾਂ ਇੱਕਦਮ ਜੇਕਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਹੀ ਕਾਮੇ ਨਹੀਂ ਮਿਲਦੇ ਤਾਂ ਉਹ ਇਜਾਜ਼ਤ ਲੈ ਕੇ ਬਾਹਰਲੇ ਮੁਲਕਾਂ ਤੋਂ ਕਾਮਿਆਂ ਨੂੰ ਬੁਲਾਉਂਦੇ ਨੇ ਵਰਕ ਪਰਮਿਟ ਦੇ ਉੱਤੇ। ਤਾਂ ਜਿਨ੍ਹਾਂ ਨੇ ਵਰਕ ਪਰਮਿਟ ਲਗਾਏ ਹੋਏ ਨੇ ਬਾਹਰਲੇ ਮੁਲਕਾਂ ਤੋਂ ਕੈਨੇਡਾ ਵਿੱਚ ਆਉਣ ਦੇ ਲਈ, ਉਹਨਾਂ ਦੇ ਵਾਸਤੇ ਵੀ ਇਸ ਸਮੇਂ ਕਾਫੀ ਜ਼ਿਆਦਾ ਦੇਰੀ ਹੋ ਰਹੀ ਹੈ। ਜੋ ਇਸ ਸਮੇਂ ਪ੍ਰਕਿਰਿਆ ਚੱਲ ਰਹੀ ਹੈ ਉਸ ਮੁਤਾਬਕ ਅਰਜ਼ੀ ਧਾਰਕਾਂ ਨੂੰ ਕਾਫੀ ਜ਼ਿਆਦਾ ਦੇਰੀ ਨਾਲ ਜਵਾਬ ਆ ਰਹੇ ਨੇ, ਜਿਸ ਕਰਕੇ ਜੋ ਵਪਾਰੀ ਜਿਹੜੇ ਕਿ ਵਰਕ ਪਰਮਿਟ ਅਪਲਾਈ ਕਰਦੇ ਨੇ ਜਿਹੜੇ ਕਾਮਿਆਂ ਨੂੰ ਬੁਲਾਉਣ ਦੇ ਵਾਸਤੇ, ਉਹ ਵੀ ਸ਼ਿਕਾਇਤਾਂ ਕਰ ਰਹੇ ਨੇ। ਤਾਜ਼ਾ ਇੱਕ ਸਰਵੇਖਣ ਕਰਵਾਇਆ ਗਿਆ ਇੱਕ ਸੰਸਥਾ ਵੱਲੋਂ ਜੋ ਕਿ ਕੈਨੇਡੀਅਨ EMPLOYEE ਰੀਲੋਕੇਸ਼ਨ ਕਾਉਂਸਲ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਇਸ ਸਰਵੇਖਣ ਦੇ ਵਿੱਚ 23 ਸੰਸਥਾਵਾਂ ਨੂੰ ਭਾਗ ਲੈਣ ਦਾ ਮੌਕਾ ਦਿੱਤਾ ਗਿਆ, ਜਿਹੜੇ ਕਿ ਆਮ ਤੌਰ ਦੇ ਉੱਤੇ ਜੋ ਕਾਮਿਆਂ ਨੂੰ ਬੁਲਾਉਂਦੇ ਰਹਿੰਦੇ ਨੇ। ਉਸ ਦੇ ਵਿੱਚ ਪਾਇਆ ਗਿਆ ਕਿ ਇਸ ਸਮੇਂ ਵਪਾਰਾਂ ਦੇ ਮਾਲਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੇ ਨਾਲ ਹੀ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਹਨਾਂ ਨੇ ਕੋਈ ਹੋਰ ਕਾਮਾ ਵੀ ਨਹੀਂ ਰੱਖਿਆ। ਜਦੋਂ ਉਹ ਬਾਹਰਲੇ ਮੁਲਕ ਤੋਂ ਕਾਮੇ ਨੂੰ ਬੁਲਾਉਣ ਦੇ ਵਾਸਤੇ ਪ੍ਰਕਿਰਿਆ ਦੇ ਵਿੱਚ ਸਨ ਤੇ ਉਹ ਲਗਾਤਾਰ ਉਡੀਕ ਕਰ ਰਹੇ ਨੇ, ਪਰ ਜਿਹੜੇ ਕਾਮੇ ਨੂੰ ਕੰਮ ਦੇ ਉੱਤੇ ਰੱਖਣ ਲਈ ਉਹ ਬਾਹਰਲੇ ਮੁਲਕ ਤੋਂ ਬੁਲਾ ਰਹੇ ਨੇ ਉਸ ਦੇ ਉੱਥੋਂ ਆਉਣ ਦੀ ਜੋ ਪ੍ਰਕਿਰਿਆ ਹੈ ਕੈਨੇਡਾ ਦੇ ਵਿੱਚ, ਉਹ ਹੀ ਇੰਨੀ ਲੰਮੀ ਜਾ ਰਹੀ ਹੈ ਕਿ ਵਪਾਰਾਂ ਦੇ ਮਾਲਕ ਪਰੇਸ਼ਾਨ ਨੇ ਕਿ ਉਹਨਾਂ ਤੱਕ ਉਹ ਕਾਮੇ ਸਮੇਂ ਸਿਰ ਪਹੁੰਚ ਨਹੀਂ ਪਾ ਰਹੇ ਜਿਸ ਸਮੇਂ ਉਹਨਾਂ ਨੂੰ ਅਹਿਮ ਲੋੜ ਹੈ।
ਜਿੱਥੇ ਇੱਕ ਪਾਸੇ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਕੰਮ ਦੇ ਵਿੱਚ ਤੇਜ਼ੀ ਆਈ ਹੈ ਤਾਂ ਦੂਜੇ ਪਾਸੇ ਨੌਕਰੀਆਂ ਵੀ ਵੱਡੀ ਗਿਣਤੀ ਵਿੱਚ ਪਾਈਆਂ ਜਾ ਰਹੀਆਂ ਨੇ ਤੇ ਉਹਨਾਂ ਨੌਕਰੀਆਂ ਦੇ ਲਈ ਕੰਮ ਹੀ ਨਹੀਂ ਮਿਲ ਰਹੇ, ਜਿਸ ਕਰਕੇ ਵਪਾਰ ਕਾਫੀ ਜ਼ਿਆਦਾ ਪਰੇਸ਼ਾਨੀ ਤੇ ਚੁਣੌਤੀਆਂ ਦਾ ਸਾਹਮਣਾ ਵੀ ਕਰ ਰਹੇ ਨੇ। ਜਿਸ ਸਮੇਂ ਉਹਨਾਂ ਨੂੰ ਬਾਹਰਲੇ ਮੁਲਕਾਂ ਤੋਂ ਕਾਮਿਆਂ ਨੂੰ ਬੁਲਾਉਣ ਦੀ ਲੋੜ ਪੈ ਰਹੀ ਹੈ ਤਾਂ ਅਜਿਹੇ ਵਿੱਚ ਜਦੋਂ ਸਮੇਂ ਸਿਰ ਇਮੀਗ੍ਰੇਸ਼ਨ ਦੇ ਕੰਮ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਰਕੇ ਉਹ ਪਹੁੰਚ ਨਹੀਂ ਪਾ ਰਹੇ, ਇਸ ਕਰਕੇ ਵੀ ਉਹ ਕਾਫੀ ਜ਼ਿਆਦਾ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ, ਜਿਸ ਦੇ ਬਾਰੇ ਉਹ ਲਗਾਤਾਰ ਸ਼ਿਕਾਇਤਾਂ ਕਰ ਰਹੇ ਨੇ ਤੇ ਇਮੀਗ੍ਰੇਸ਼ਨ ਵਿਭਾਗ ਦੇ ਅੱਗੇ ਮੰਗ ਰੱਖੀ ਜਾ ਰਹੀ ਹੈ ਕਿ ਵਰਕ ਪਰਮਿਟ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਕਿ ਕਾਮੇ ਸਮੇਂ ਸਿਰ ਉਹਨਾਂ ਤੱਕ ਪਹੁੰਚ ਸਕਣ। ਸਰੀ ਵਿੱਚ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਬਜ਼ੁਰਗ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਅਗਸਤ 8, 2022 ਨੂੰ ਸ਼ਾਮ ਦੇ 6:54 ਦਾ ਸਮਾਂ ਸੀ ਜਦੋਂ ਸਰੀ RCMP ਨੂੰ 76 ਐਵੇਨਿਊ ਤੇ 151 A ਸਟਰੀਟ ਦੇ ਉੱਤੇ ਬੁਲਾਇਆ ਗਿਆ, ਜਿੱਥੇ ਕਿ ਜਦੋਂ ਉਹ ਔਰਤ ਸੜਕ ਪਾਰ ਕਰਨ ਲੱਗੀ ਸੀ ਤਾਂ ਉਸ ਦੇ ਨਾਲ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਗੰਭੀਰ ਹੈ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਜਿਸ ਤੋਂ ਬਾਅਦ ਜਿਸ ਵਾਹਨ ਦੇ ਨਾਲ ਉਸ ਨੂੰ ਟੱਕਰ ਵੱਜੀ ਸੀ, ਉਸ ਵਾਹਨ ਦਾ ਡਰਾਈਵਰ ਮੌਕੇ ਦੇ ਉੱਤੇ ਹੀ ਮੌਜੂਦ ਰਿਹਾ, ਜੋ ਕਿ ਪੁਲਿਸ ਨੂੰ ਜਾਂਚ ਦੇ ਲਈ ਸਹਿਯੋਗ ਵੀ ਦੇ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਨੇ, ਟ੍ਰੈਫਿਕ ਕੈਮਰਾ ਦੀ ਫੁਟੇਜ ਨੂੰ ਵੀ ਦੇਖ ਰਹੇ ਨੇ ਤੇ ਨਾਲ ਹੀ ਚਸ਼ਮਦੀਦਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ, ਜਿਨ੍ਹਾਂ ਕਿਹਾ ਕਿ ਉਸ ਖੇਤਰ ਦੇ ਵਿੱਚ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ। ਸਰੀ RCMP ਨਾਲ ਸੰਪਰਕ ਕਰਨ ਦੇ ਲਈ 604 59 90 502 ਤੇ ਫੋਨ ਕੀਤਾ ਜਾ ਸਕਦਾ ਹੈ। ਸਸਕੈਚੁਅਨ ਵਾਸੀਆਂ ਦੇ ਵਾਸਤੇ ਇੱਕ ਚੰਗੀ ਖਬਰ ਹੈ। ਵੈਸਟ ਜੈਟ ਦੇ ਵੱਲੋਂ 3 ਇੰਟਰਨੈਸ਼ਨਲ ਫਲਾਈਟਾਂ ਸਿੱਧੀਆਂ ਰਜਾਇਨਾ ਦੇ 에ਅਰਪੋਰਟ ਤੋਂ ਮੁੜ ਤੋਂ ਉਡਾਣ ਭਰਨੀ ਸ਼ੁਰੂ ਕਰਨਗੀਆਂ। ਵੈਸਟ ਜੈਟ ਨੇ ਐਲਾਨ ਕੀਤਾ ਹੈ ਕਿ ਨਾਨ ਸਟਾਪ ਸਰਵਿਸ ਫਲਾਈਟਸ ਉਹਨਾਂ ਦੀਆਂ ਰਜਾਇਨਾ ਤੋਂ ਲਾਸ ਵੇਗਸ ਤੇ ਰਜਾਇਨਾ ਤੋਂ ਆਰਲੈਂਡੋ ਤੇ ਰਜਾਇਨਾ ਤੋਂ ਕੈਨਕੁਨ ਦੇ ਲਈ ਉਡਾਣ ਭਰਨਗੀਆਂ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲਾਸ ਵੇਗਸ ਤੇ ਨਾਲ ਹੀ ਕੈਨਕੁਨ ਦੇ ਜੋ ਰੂਟ ਨੇ ਉਹਨਾਂ ਦੇ ਲਈ ਫਲਾਈਟਾਂ ਦੀ ਸ਼ੁਰੂਆਤ ਨਵੰਬਰ ਦੇ ਮੱਧ ਤੋਂ ਹੀ ਸ਼ੁਰੂ ਹੋ ਰਹੀ ਹੈ। ਹਰ ਹਫ਼ਤੇ 2 ਫਲਾਈਟਾਂ ਉਡਾਣ ਭਰਿਆ ਕਰਨਗੀਆਂ ਤੇ ਆਰਲੈਂਡੋ ਦੇ ਵਾਸਤੇ ਦਸੰਬਰ ਤੋਂ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ, ਜਿੱਥੇ ਲਈ ਹਰ ਹਫ਼ਤੇ 1 ਫਲਾਈਟ ਉਡਾਣ ਭਰਿਆ ਕਰੇਗੀ। ਇਨ੍ਹਾਂ ਰੂਟਸ ਦੇ ਵਾਸਤੇ ਫਲਾਈਟਾਂ ਬੰਦ ਕੀਤੀਆਂ ਗਈਆਂ ਸੀ 2 ਸਾਲ ਪਹਿਲਾਂ ਕੋਵਿਡ-19 ਦੇ ਕਰਕੇ, ਪਰ ਹੁਣ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਜਿਵੇਂ ਹੀ ਮਾਹੌਲ ਆਮ ਵਰਗਾ ਹੋ ਰਿਹਾ ਹੈ, ਇਸ ਦੇ ਨਾਲ ਹੀ ਟਰੈਵਲ ਵਿੱਚ ਵੀ ਵਾਧਾ ਹੋ ਰਿਹਾ ਹੈ, ਤਾਂ ਇਨ੍ਹਾਂ ਫਲਾਈਟਾਂ ਦੀ ਸ਼ੁਰੂਆਤ ਵੀ ਦੁਬਾਰਾ ਤੋਂ ਕੀਤੀ ਜਾ ਰਹੀ ਹੈ। ਨਾ ਸਿਰਫ ਇਹ, ਸਗੋਂ ਹੋਰ ਵੀ ਕਈ ਫਲਾਈਟਾਂ ਵੱਖੋ-ਵੱਖਰੀਆਂ 에ਅਰਲਾਈਨਸ ਦੇ ਵੱਲੋਂ ਮੁੜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਸਮੇਂ-ਸਮੇਂ ਦੇ ਉੱਤੇ। ਇਸ ਦੌਰਾਨ ਰਜਾਇਨਾ 에ਅਰਪੋਰਟ ਅਥਾਰਟੀ ਦੇ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਜੋ ਇਹ ਰੂਟ ਦੁਬਾਰਾ ਤੋਂ ਸ਼ੁਰੂ ਹੋ ਰਹੇ ਨੇ, ਇਸ ਵਾਸਤੇ ਉਹ ਕਾਫੀ ਜ਼ਿਆਦਾ ਉਤਸ਼ਾਹਤ ਨੇ, ਜਿਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਰਜਾਇਨਾ ਵਿੱਚ ਪੁਲਿਸ ਨੇ 2 ਜਣਿਆਂ ਦੇ ਉੱਤੇ ਗੰਭੀਰ ਮਾਮਲੇ ਦਰਜ ਕੀਤੇ ਨੇ। ਇੱਕ 44 ਸਾਲ ਦਾ ਪੁਰਸ਼ ਤੇ ਇੱਕ 37 ਸਾਲ ਦੀ ਔਰਤ, ਦੋਵਾਂ ਦੇ ਉੱਤੇ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦਰਜ ਕੀਤੇ ਗਏ ਨੇ। ਦਰਅਸਲ ਰਜਾਇਨਾ ਪੁਲਿਸ ਸਰਵਿਸ ਤੋਂ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ 5 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ 2000 ਬਲਾਕ ਰਿਟਾਲੈਕ ਸਟਰੀਟ ਦੇ ਕੋਲ ਉਹਨਾਂ ਨੇ ਇੱਕ ਟ੍ਰੈਫਿਕ ਸਟਾਪ ਲਗਾਇਆ ਹੋਇਆ ਸੀ, ਜਿੱਥੇ ਕਿ ਉਹਨਾਂ ਨੂੰ ਇੱਕ ਸ਼ੱਕੀ ਵਾਹਨ ਦਿਖਾਈ ਦਿੱਤਾ। ਜਦੋਂ ਉਸ ਵਾਹਨ ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਸਮਾਨ ਮਿਲਿਆ ਤੇ ਨਸ਼ਾ ਤਸਕਰੀ ਨਾਲ ਜੁੜੇ ਸਬੂਤ ਵੀ ਮਿਲੇ, ਜਿੱਥੇ ਕਿ ਕੁਝ ਮਾਤਰਾ ਵਿੱਚ ਕੋਕੇਨ, ਫੈਂਟਨਲ ਤੇ ਹੋਰ ਸਿੰਥੈਟਿਕ ਨਸ਼ਾ ਮਿਲਿਆ। ਮੈਥਮਫੈਟਾਮਾਈਨ ਵੀ ਪਾਈ ਗਈ, 3 ਸੈੱਲਫੋਨ, ਕੈਸ਼, ਹਾਈਡਰੋਮੋਰਫੋਨ ਤੇ ਹੋਰ ਸਮਾਨ ਵੀ ਮਿਲਿਆ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪੂਰੀ ਜਾਂਚ ਕੀਤੇ ਜਾਣ ਮਗਰੋਂ ਦੋਵਾਂ ਦੇ ਉੱਤੇ ਮਾਮਲੇ ਦਰਜ ਕਰ ਦਿੱਤੇ, ਜਿਨ੍ਹਾਂ ਨੂੰ ਸੋਮਵਾਰ ਨੂੰ ਹੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਦੁਪਹਿਰ ਨੂੰ ਪੇਸ਼ ਵੀ ਕੀਤਾ ਗਿਆ ਸੀ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਵਿਨੀਪੈਗ ਦੇ ਵੈਸਟਰਨ ਖੇਤਰ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਰੇ ਜਾਣਕਾਰੀ ਤਾਂ ਹੁਣ ਸਾਂਝੀ ਕੀਤੀ ਗਈ ਹੈ, ਪਰ ਇਹ ਮਾਮਲਾ ਲੰਘੇ ਸ਼ਨੀਵਾਰ ਦਾ ਹੈ, ਜਦੋਂ ਸਵੇਰ ਦੇ 5 ਵਜੇ ਦੇ ਨੇੜੇ ਦਾ ਸਮਾਂ ਸੀ, ਜਦੋਂ ਇੱਕ 48 ਸਾਲ ਦਾ ਵਿਅਕਤੀ ਜੋ ਕਿ ਸਾਈਕਲ ਉੱਤੇ ਜਾ ਰਿਹਾ ਸੀ, ਉਸ ਦੇ ਉੱਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜੋ ਕਿ ਲੁੱਟਣ ਦੇ ਮਕਸਦ ਨਾਲ ਆਇਆ, ਜਿਸ ਨੇ ਕਿ ਸਾਈਕਲ ਸਮੇਤ ਉਸ ਵਿਅਕਤੀ ਕੋਲ ਮੌਜੂਦ ਹੋਰ ਕੀਮਤੀ ਸਮਾਨ ਮੰਗਿਆ, ਜਿਸ ਤੋਂ ਬਾਅਦ ਉਸਨੇ ਉਹ ਸਮਾਨ ਤੇ ਸਾਈਕਲ ਵੀ ਲਿਆ ਤੇ ਨਾਲ ਹੀ ਇੱਕ ਵੱਡੇ ਚਾਕੂ ਜੋ ਕਿ ਤਲਵਾਰ ਦੀ ਤਰ੍ਹਾਂ ਹੈ, ਉਸ ਦੇ ਨਾਲ ਉਸ ਵਿਅਕਤੀ ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। 300 ਬਲਾਕ ਬਲੇਕ ਸਟਰੀਟ ਦੇ ਨੇੜੇ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਅਣਪਛਾਤੇ ਵਿਅਕਤੀ ਨੇ ਹਥਿਆਰ ਨਾਲ ਉਸ ਦੇ ਉੱਤੇ ਹਮਲਾ ਕੀਤਾ, ਜਿਸ ਤੋਂ ਬਾਅਦ ਤੁਰੰਤ ਉਹ ਆਪਣੇ ਘਰ ਦੇ ਕੋਲ ਚਲਿਆ ਗਿਆ ਤੇ ਐਮਰਜੈਂਸੀ ਟੀਮ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ।
ਪਹਿਲਾਂ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ, ਜਿਸ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਹ ਵੀ ਪੁਲਿਸ ਨੇ ਜਾਣਕਾਰੀ ਜਾਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਜਿਵੇਂ ਕਿ ਉਸ ਤੋਂ ਸਾਈਕਲ ਤੇ ਉਸ ਕੋਲ ਮੌਜੂਦ ਹੋਰ ਸਮਾਨ ਮੰਗਿਆ ਗਿਆ, ਜਿਸ ਤੋਂ ਬਾਅਦ ਉਸ ਦੇ ਉੱਤੇ ਹਮਲਾ ਕਰਕੇ ਮੌਕੇ ਤੋਂ ਵਿਅਕਤੀ ਫਰਾਰ ਹੋਇਆ ਹੈ। ਜਿਨ੍ਹਾਂ ਕਿਹਾ ਕਿ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਤਾਂ ਕਈ ਵਾਰ ਸਾਹਮਣੇ ਆਉਂਦੇ ਨੇ, ਪਰ ਤਲਵਾਰ ਵਰਗੇ ਕੁਝ ਅਜਿਹੇ ਹਥਿਆਰ ਨਾਲ ਹਮਲਾ ਹੋਣਾ ਬੇਹੱਦ ਚਿੰਤਾਜਨਕ ਹੈ। ਜਿਸ ਦੇ ਬਾਰੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਅਜਿਹੇ ਖੇਤਰ ਵਿੱਚ ਜਿੱਥੇ ਕੋਈ ਹੋਰ ਮੌਜੂਦ ਨਾ ਹੋਵੇ, ਕਿਸੇ ਤੋਂ ਕੁਝ ਲੁੱਟਣ ਵਾਸਤੇ ਕੋਈ ਆਉਂਦਾ ਹੈ, ਤਾਂ ਉਸ ਮੌਕੇ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਜ਼ਿਆਦਾ ਸਮਝਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ। ਕਈ ਵਾਰ ਜੇਕਰ ਕੋਈ ਸਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੇ ਵਿੱਚ ਲੁੱਟਣ ਵਾਲਾ ਉਸ ਦੇ ਉੱਤੇ ਹਮਲਾ ਕਰ ਜਾਂਦਾ ਹੈ। ਅਜਿਹਾ ਨਾ ਹੋਵੇ, ਇਸ ਕਰਕੇ ਜ਼ਰੂਰੀ ਹੈ ਕਿ ਪਹਿਲਾਂ ਆਪਣੇ ਆਪ ਨੂੰ ਬਚਾਓ। ਜਿਸ ਦੇ ਬਾਰੇ ਵਿਨੀਪੈਗ ਪੁਲਿਸ ਵੱਲੋਂ ਅਧਿਕਾਰੀਆਂ ਨੇ ਇਹ ਬਿਆਨ ਜਾਰੀ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੇਜਰ ਕ੍ਰਾਈਮਸ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ 204 986 6219 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਕੈਲਗਰੀ ਪੁਲਿਸ ਨੇ ਇੱਕ ਕਤਲ ਦੇ ਮਾਮਲੇ ਵਿੱਚ ਅਪਡੇਟ ਜਾਰੀ ਕੀਤੀ ਹੈ। ਦਰਅਸਲ ਇਸ ਵਿਅਕਤੀ ਦਾ ਕਤਲ ਹੋਇਆ, ਜਿਸ ਦੇ ਉੱਤੇ ਕਾਫੀ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਸੀ। ਜਿਸ ਦੇ ਬਾਰੇ ਕੈਲਗਰੀ ਪੁਲਿਸ ਨੇ ਕਿਹਾ ਕਿ ਜਿਸ ਨੇ ਹਮਲਾ ਕੀਤਾ ਤੇ ਜਿਸ ਦੇ ਉੱਤੇ ਹਮਲਾ ਕੀਤਾ ਗਿਆ ਦੋਵੇਂ ਰੂਮਮੇਟ ਸਨ। ਅਧਿਕਾਰੀਆਂ ਨੂੰ 1900 ਬਲਾਕ ਕਾਟਨਵੁੱਡ ਕ੍ਰੀਸੈਂਟ ਸਾਊਥ ਈਸਟ ਦੇ ਉੱਤੇ ਸਵੇਰ ਦੇ 3 ਵਜੇ ਸ਼ੁੱਕਰਵਾਰ ਨੂੰ ਜੁਲਾਈ 8 ਦੇ ਦਿਨ ਬੁਲਾਇਆ ਗਿਆ, ਜਿੱਥੇ ਕਿ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਸੀ। 55 ਸਾਲਾ ਕੇਵਿਨ ਐਲਨ ਹੋਨਿਸ਼, ਜਿਸ ਦੀ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ, ਕੈਲਗਰੀ ਦਾ ਰਹਿਣ ਵਾਲਾ ਇਹ ਵਿਅਕਤੀ ਸੀ, ਜਿਸ ਨੂੰ ਕਾਫੀ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਦਾ ਮੰਨਣਾ ਹੈ ਕਿ ਹੋਨਿਸ਼ ਦੇ ਉੱਤੇ ਪਹਿਲਾਂ ਇੱਕ ਘਰ ਵਿੱਚ ਹਮਲਾ ਹੋਇਆ ਸੀ, ਜੋ ਕਿ 2500 ਬਲਾਕ ਤੇ 10 ਐਵੇਨਿਊ ਸਾਊਥ ਈਸਟ ਦੇ ਉੱਤੇ ਹੈ, ਜਿੱਥੇ ਕਿ ਉਸਦੇ ਰੂਮਮੇਟ ਨੇ ਹੀ ਉਸਦੇ ਉੱਤੇ ਹਮਲਾ ਕੀਤਾ, ਜਿਸ ਦੀ ਪਛਾਣ ਹੁਣ ਕਰ ਲਈ ਗਈ ਹੈ। 48 ਸਾਲ ਦਾ ਕੋਲਿਨ ਡੀਨ ਔਕਸਟੋਬੀ, ਜਿਸ ਦੇ ਉੱਤੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜਿਸ ਨੂੰ ਕਿ ਹੁਣ ਅਦਾਲਤ ਵਿੱਚ ਅਗਸਤ 10 ਨੂੰ ਪੇਸ਼ ਕੀਤਾ ਜਾਵੇਗਾ। ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਦੇ ਬਾਰੇ ਤੇ ਇਸ ਘਟਨਾ ਬਾਰੇ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ 403 26 61 234 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਐਡਮੰਟਨ ਦੇ ਉੱਤਰ ਪੂਰਬੀ ਖੇਤਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸੋਮਵਾਰ ਨੂੰ ਸਾਹਮਣੇ ਆਇਆ, ਜਿਸ ਤੋਂ ਬਾਅਦ ਇੱਕ ਜਣੇ ਦੀ ਮੌਤ ਹੋ ਗਈ ਹੈ ਤੇ ਦੂਜਾ ਜ਼ਖਮੀ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਰਅਸਲ ਇਸ ਦੀ ਸ਼ੁਰੂਆਤ ਸੋਮਵਾਰ ਨੂੰ ਸਵੇਰ ਦੇ 7:30 ਵਜੇ ਹੋਈ, ਜਦੋਂ ਪੁਲਿਸ ਅਧਿਕਾਰੀਆਂ ਨੂੰ ਸੈਡਲ ਲੇਕ ਕ੍ਰੀ ਨੇਸ਼ਨ ਖੇਤਰ ਵਿੱਚ ਬੁਲਾਇਆ ਗਿਆ, ਜਿੱਥੇ ਕਿ ਪੁਲਿਸ ਵਾਲਿਆਂ ਨੇ ਦੱਸਿਆ ਕਿ ਇੱਕ ਪੁਰਸ਼ ਤੇ ਇੱਕ ਔਰਤ ਦੋਵੇਂ ਲਾਲ ਰੰਗ ਦੇ ਪਿਕਅਪ ਟਰੱਕ ਵਿੱਚ ਮੌਕੇ ਤੋਂ ਫਰਾਰ ਹੋਏ ਨੇ। ਕਰੀਬ 1.5 ਘੰਟੇ ਬਾਅਦ RCMP ਨੇ ਸੋਸ਼ਲ ਮੀਡੀਆ ਦੇ ਉੱਤੇ ਚੇਤਾਵਨੀ ਜਾਰੀ ਕੀਤੀ ਕਿ 1997 ਮਾਡਲ ਦਾ ਲਾਲ ਰੰਗ ਦਾ ਡੌਜ ਪਿਕਅਪ ਟਰੱਕ ਹੈ, ਜੋ ਕਿ ਸਮੋਕੀ ਲੇਕ ਖੇਤਰ ਦੇ ਵਿੱਚੋਂ ਦੋਵੇਂ ਜਣੇ ਲੰਘੇ ਨੇ ਤੇ ਉਹ ਸੈਡਲ ਲੇਕ ਕ੍ਰੀ ਨੇਸ਼ਨ ਦੇ ਪੱਛਮੀ ਹਿੱਸੇ ਵੱਲ 60 ਕਿਲੋਮੀਟਰ ਦੀ ਦੂਰੀ ਤੇ ਹੈ। ਜਿਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਸਮੋਕੀ ਲੇਕ ਸੈਂਟੈਕਸ ਦੇ ਕਾਮਿਆਂ ਨੇ ਦੱਸਿਆ ਕਿ ਉੱਥੇ ਤੋਂ ਲਾਲ ਰੰਗ ਦਾ ਵਾਹਨ ਚੋਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 10:20 ਦੇ ਸਮੇਂ ਦੇ ਉੱਤੇ ਸਵੇਰ ਨੂੰ ਉਹਨਾਂ ਨੇ ਉਸ ਵਾਹਨ ਨੂੰ ਲੱਭ ਲਿਆ ਤੇ ਸਵੇਰ ਦੇ 11 ਵਜੇ ਦੇ ਨੇੜੇ RCMP ਨੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਕਿ ਹੁਣ ਉਹ ਉਹਨਾਂ ਵਿਅਕਤੀਆਂ ਨੂੰ ਨਹੀਂ ਲੱਭ ਰਹੇ। ਜਿਸ ਤੋਂ ਬਾਅਦ ਮਾਮਲਾ ਇਹ ਸਾਹਮਣੇ ਆਇਆ ਕਿ ਉਹਨਾਂ ਨੂੰ ਰੋਕਣ ਦੇ ਵਾਸਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਗੋਲੀਆਂ ਚਲਾਈਆਂ ਗਈਆਂ, ਸਮੋਕੀ ਲੇਕ ਖੇਤਰ ਵਿੱਚ ਉਹ ਵਿਅਕਤੀ ਮਿਲੇ ਤਾਂ ਉਹਨਾਂ ਦੇ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਜੋ ਪੁਰਸ਼ ਸੀ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹੁਣ ਤੱਕ ਮੰਨਿਆ ਜਾ ਰਿਹਾ ਹੈ ਕਿ ਔਰਤ ਸੀ ਜੋ ਉਸ ਦੇ ਨਾਲ ਉਸਨੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਐਲਬਰਟਾ ਦੀ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਨੇ ਵੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ, ਕਿਉਂਕਿ ਗੋਲੀਆਂ ਚਲਾਉਣ ਦੇ ਇਸ ਮਾਮਲੇ ਵਿੱਚ ਪੁਲਿਸ ਵਾਲੇ ਵੀ ਸ਼ਾਮਲ ਨੇ, ਜਿਸ ਕਰਕੇ ਉਹਨਾਂ ਨੂੰ ਵੀ ਹੁਣ ਜਾਂਚ ਦੇ ਘੇਰੇ ਵਿੱਚ ਲਿਆ ਜਾਵੇਗਾ ਤੇ ਪੁਲਿਸ ਨੇ ਹਜੇ ਇਸ ਮਾਮਲੇ ਬਾਰੇ ਹੋਰ ਜ਼ਿਆਦਾ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਸਮੋਕੀ ਲੇਕ ਖੇਤਰ ਹੈ ਜੋ ਉਹ ਐਡਮੰਟਨ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ 110 ਕਿਲੋਮੀਟਰ ਦੀ ਦੂਰੀ ਤੇ ਹੈ। ਓਨਟਾਰੀਓ ਦੇ ਲੰਡਨ ਵਿੱਚ ਇੱਕ ਵਪਾਰ ਦੇ ਮਾਲਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜੋ ਕਿ ਕੋਮਾ ਦੇ ਵਿੱਚ ਹੈ। ਦਰਅਸਲ 39 ਸਾਲ ਦਾ ਅਲੀ ਅਜ਼ੀਜ਼ੀ, ਜੋ ਕਿ ਸਮਾਈਲੀਜ਼ ਪਿਜ਼ੇਰੀਆ ਦਾ ਮਾਲਕ ਹੈ, ਐਤਵਾਰ ਦੀ ਸਵੇਰ ਨੂੰ 1 ਵਜੇ ਦਾ ਸਮਾਂ ਸੀ ਜਦੋਂ ਉਹ ਐਡਲੇਡ ਸਟਰੀਟ ਦੇ ਉੱਤੇ ਉੱਤਰੀ ਹਿੱਸੇ ਵੱਲ ਜਾ ਰਿਹਾ ਸੀ ਆਪਣੇ ਸਾਈਕਲ ਦੇ ਉੱਤੇ, ਜਿੱਥੇ ਕਿ ਰਾਹ ਵਿੱਚ ਉਹ ਸਾਈਡ ਵਾਕ ਦੇ ਉੱਤੇ ਡਿੱਗਿਆ ਹੋਇਆ ਮਿਲਿਆ, ਜਿਸ ਦੇ ਸਿਰ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ। ਹਜੇ ਤੱਕ ਉਸਦੇ ਪਰਿਵਾਰ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਆਖਰ ਉਸਦੇ ਨਾਲ ਵਾਪਰਿਆ ਕੀ ਹੈ, ਜੋ ਕਿ ਆਪਣੇ ਸਾਈਕਲ ਦੇ ਉੱਤੇ ਆ ਰਿਹਾ ਸੀ।
ਇਸ ਦੌਰਾਨ ਉਸ ਨੂੰ ਕਾਫੀ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿਸ ਨੂੰ ਕਿ ਵਿਕਟੋਰੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਕਿ ਉਹ ਕੋਮਾ ਦੇ ਵਿੱਚ ਹੈ ਤੇ ਉਸ ਦੇ ਸਿਰ ਦੀਆਂ ਕਈ ਸਰਜਰੀਜ਼ ਹੋ ਚੁੱਕੀਆਂ ਨੇ, ਜਿਸ ਦੇ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ 3 ਤੋਂ 4 ਮਹੀਨੇ ਦਾ ਸਮਾਂ ਲੱਗਣਾ ਹੈ ਉਸ ਨੂੰ ਠੀਕ ਹੋਣ ਦੇ ਲਈ, ਜੋ ਕਿ ਵਿਆਹਿਆ ਹੋਇਆ ਤੇ ਉਸ ਦੇ 3 ਛੋਟੇ ਬੱਚੇ ਨੇ, ਜਿਸ ਦੇ ਇਲਾਜ ਲਈ ਖਰਚਾ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ, ਜਿਸ ਕਰਕੇ ਗੋ ਫੰਡ ਮੀ ਦੇ ਉੱਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿੱਥੇ ਕਿ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਇਲਾਜ ਵਿੱਚ ਉਸ ਦੀ ਮਦਦ ਹੋ ਸਕੇ, ਜਿਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ, ਜੋ ਕਿ ਹਸਪਤਾਲ ਵਿੱਚ ਕੋਮਾ ਦੇ ਵਿੱਚ ਹੈ, ਜਿਸ ਨੂੰ ਕਿ ਕੋਈ ਹੋਸ਼ ਨਹੀਂ ਹੈ, ਜਿਸ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਉਸ ਦੇ ਨਾਲ ਕੀ ਵਾਪਰਿਆ ਤੇ ਉਹ ਉੱਥੇ ਸਾਈਡ ਵਾਕ ਦੇ ਉੱਤੇ ਕਿਵੇਂ ਡਿੱਗਿਆ।